आप हो तुम कथा सुधारी। सतनाम श्री वाहिगुरु साहिब जी। सूर शरीरन छार करी है, बड़ भट लरे सराह हरी है। चढ़ सतगुर ले भट समुदाय, सुधा सरोवर आए नराए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਾਮਾਂ ਦੇ ਦੀਵਾਨ ਸਜੇ ਔਰ ਆਪ ਜੀ ਨੇ ਸੋਧਾ ਰਹਿਰਾਸ ਦੇ ਪਾਠ ਤੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ। ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਸਤਿਗੁਰਾਂ ਨੇ ਮੁਖਲਿਸ ਖਾਂ ਜਰਨੈਲ ਦੀਆਂ 7000 ਫੌਜਾਂ ਦਾ ਖਾਤਮਾ ਕੀਤਾ ਹੈ। ਜਿਹੜੇ ਚੜ੍ਹ ਕੇ ਆਏ ਸੀ ਗੁਰੂ ਨਾਲ ਮੱਥਾ ਲਾਉਣ ਵਾਸਤੇ, ਆਪਣੀ ਕਰਨੀ ਦਾ ਫਲ ਪਾ ਕੇ ਸੰਸਾਰ ਤੋਂ ਚਲੇ ਗਏ। ਬੜੇ ਬੜੇ ਜਰਨੈਲ, ਬੜੇ ਬੜੇ ਮੁਖੀ ਫੌਜਾਂ ਦੇ ਮਾਰੇ ਗਏ। ਅਖੀਰ ਮੁਖਲਿਸ ਖਾਂ ਨੂੰ ਵੀ ਗੁਰੂ ਸਾਹਿਬ ਨੇ ਤੇਗ ਦੇ ਇੱਕੋ ਵਾਰ ਨਾਲ 2 ਟੋਟੇ ਕਰ ਦਿੱਤਾ। ਤੇ ਫਿਰ ਆਪਣੇ ਸਿੱਖਾਂ ਦੀ ਸਰੀਰਾਂ ਦੀ ਸੰਭਾਲ ਕਰਕੇ ਗੁਰੂ ਕੇ ਮਹਿਲਾਂ ਦੇ ਲਾਗੇ ਆਪਣਾ ਘਰ ਹੈ ਜਿੱਥੇ ਗੁਰੂ ਸਾਹਿਬ ਦਾ, ਉੱਥੇ ਸ਼ਹੀਦਾਂ ਦਾ ਅੰਗੀਠਾ ਤਿਆਰ ਕੀਤਾ। ਸਾਰੇ ਸ਼ਹੀਦਾਂ ਨੂੰ ਇਕੱਠਿਆਂ ਸੰਸਕਾਰ ਕੀਤਾ। ਭਾਈ ਮੋਹਨ ਗੋਪਾਲੇ ਨੇ ਬੇਨਤੀ ਕੀਤੀ ਕਿ ਮਹਾਰਾਜ, ਸਾਡੀ ਅੰਤਮ ਇੱਛਾ ਸੀ ਕਿ ਜਦੋਂ ਸਾਡੇ ਸਵਾਸ ਪੂਰੇ ਹੋਣ, ਆਪ ਜੀ ਦੇ ਦਰਸ਼ਨ ਹੋਣ। ਸੋ ਆਪ ਜੀ ਦੇ ਦਰਸ਼ਨ ਹੋ ਗਏ ਨੇ। ਹੁਣ ਅਸੀਂ ਸੱਚਖੰਡ ਜਾ ਰਹੇ ਹਾਂ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਮੋਹਨ, ਭਾਈ ਗੋਪਾਲਾ ਜੀ ਵੀ ਸਰੀਰ ਤਿਆਗ ਗਏ। ਇਹਨਾਂ ਸਾਰੇ ਸ਼ਹੀਦਾਂ ਦੀ ਕਥਾ ਆਪਾਂ ਕੱਲ੍ਹ ਸਰਵਣ ਕੀਤੀ ਹੈ। ਸੰਸਕਾਰ ਤੋਂ ਬਾਅਦ ਕੀ ਹੋਇਆ ਉਹ ਸੁਣੋ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰ ਸਰੀਰਨ ਛਾਰ ਕਰੀ ਹੈ, ਸੂਰਮਿਆਂ ਦੇ ਸਰੀਰਾਂ ਦਾ ਸੰਸਕਾਰ ਕਰਕੇ ਉਹਨਾਂ ਦੇ ਸਰੀਰ ਭਸਮਭੂਤ ਹੋ ਗਏ, ਭਾਵ ਪੰਜੇ ਤੱਤ ਸਮੇਟੇ ਗਏ। ਬੜ ਭਟ ਲਰੇ ਸਰਾਹ ਰਰੀ ਹੈ। ਇਹਨਾਂ ਸੂਰਮਿਆਂ ਨੇ ਬੜੀ ਬਹਾਦਰੀ ਨਾਲ ਯੁੱਧ ਕੀਤਾ। ਗੁਰੂ ਸਾਹਿਬ ਨੇ ਇਹਨਾਂ ਸਾਰੇ ਸ਼ਹੀਦਾਂ ਦੀ ਉਸਤਤ ਕੀਤੀ ਹੈ। ਮਹਾਰਾਜ ਨੇ ਇਹਨਾਂ ਦੀ ਤਾਰੀਫ ਕੀਤੀ ਹੈ ਵੀ ਧੰਨ ਸਾਨੇ ਗੁਰੂ ਕੇ ਪਿਆਰੇ, ਜਿਹੜੇ ਆਪਣੇ ਗੁਰੂ ਵਾਸਤੇ ਜਾਨਾਂ ਵਾਰ ਗਏ ਹਨ। ਚੜ ਸਤਗੁਰ ਲੈ ਭਟ ਸਮੁਦਾਏ। ਮਹਾਰਾਜ ਸੱਚੇ ਪਾਤਸ਼ਾਹ ਘੋੜਿਆਂ ਤੇ ਸਵਾਰ ਹੋ ਕੇ ਬਾਕੀ ਬਚੀ ਹੋਈ ਸਿੱਖਾਂ ਦੀ ਫੌਜ ਭਾਈ ਬਿਧੀ ਚੰਦ, ਪੈਂਦੇ ਖਾਂ ਵਰਗਿਆਂ ਨੂੰ ਨਾਲ ਲੈ ਕੇ ਸੁਦਾ ਸਰੋਵਰ ਆਏ ਨਰਾਏ। ਮਹਾਰਾਜ ਜੀ ਸੁਦਾ ਸਰੋਵਰ ਆਏ ਨਹਾਏ। ਸ੍ਰੀ ਅੰਮ੍ਰਿਤਸਰ 'ਚ ਆ ਕੇ ਸਰੋਵਰ 'ਚ ਨਹਾਏ, ਭਾਵ ਇਸ਼ਨਾਨ ਕੀਤਾ ਹੈ। ਤਖਤ ਅਕਾਲ ਬੰਦਨਾ ਕੀਨ। ਫਿਰ ਮਹਾਰਾਜ ਨੇ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਹੈ। ਬਹੁਰ ਦਰਸ਼ਨੀ ਪੌਰ ਪ੍ਰਬੀਨ। ਫਿਰ ਦਰਸ਼ਨੀ ਡਿਉਢੀ ਤੇ ਗਏ ਹਨ ਸਾਧ ਸੰਗਤ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਗੁਰੂ ਕੇ ਖਾਲਸੇ ਦੀ ਮਰਜ਼ਾਦਾ ਬਣੀ ਹੋਈ ਪੰਥ ਦੀ, ਆਮ ਲੋਕਾਂ ਨੂੰ ਤਾਂ ਨਹੀਂ ਪਤਾ, ਪਰ ਅਜੇ ਵੀ ਨਿਹੰਗਾਂ ਸਿੰਘਾਂ ਦੇ ਦਲਾਂ ਵਿੱਚ ਇਹ ਮਰਜ਼ਾਦਾ ਹੈ ਕਿ ਜਦੋਂ ਸ੍ਰੀ ਅੰਮ੍ਰਿਤਸਰ ਜਾਣਾ, ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣਾ, ਉੱਥੇ ਆਪਣੀ ਅਰਦਾਸ ਕਰਾ ਕੇ ਫਿਰ ਹਰਿਮੰਦਰ ਸਾਹਿਬ ਜਾਣਾ। ਇਹ ਪੁਰਾਤਨ ਮਰਜ਼ਾਦਾ ਚਲੀ ਆਉਂਦੀ। ਮਹਾਰਾਜ ਵੀ ਪਹਿਲਾਂ ਅਕਾਲ ਤਖਤ 'ਤੇ ਨਮਸਕਾਰ ਕਰਦੇ। ਫੌਜ ਦੀ ਮਰਜ਼ਾਦਾ ਹੈ, ਆਮ ਸੰਗਤ ਦੀ ਮਰਜ਼ਾਦਾ ਹਰਿਮੰਦਰ ਸਾਹਿਬ ਪਹਿਲੇ ਜਾਣਾ। ਸ਼ਸਤਰਧਾਰੀਆਂ ਦੀ ਮਰਜ਼ਾਦਾ ਹੈ ਸ੍ਰੀ ਅਕਾਲ ਤਖਤ ਪਹਿਲੇ ਜਾ ਕੇ ਹਾਜ਼ਰੀ ਲਵਾਉਣੀ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨੇ। ਸਤਿਗੁਰੂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨਮਸਕਾਰ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਗਏ ਹਨ। ਹਰ ਮੰਦਰ ਕੇ ਆਗੇ ਖੜੇ। ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ ਦਾ ਜਾਪ ਜਪਿਆ ਹੈ। ਬਾਰੰਬਾਰ ਨਮੋ ਬਹੁ ਕਰੇ। ਬਾਰ-ਬਾਰ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਕੇ ਮੱਥਾ ਟੇਕਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਵਿਪਰ ਸਾਧ ਸਿੱਖ ਦੀਨ ਕਨੇਰੇ। ਉਸ ਵੇਲੇ ਸਾਧ ਸੰਗਤ ਜੀ, ਬੇਅੰਤ ਸਾਧੂ ਸੰਤ ਮਹਾਤਮਾ, ਗਰੀਬ ਬ੍ਰਾਹਮਣ ਖੱਤਰੀ, ਸਭ ਜਾਤਾਂ ਦੇ ਲੋਕ
ਮਹਾਰਾਜ ਦੇ ਦਰਸ਼ਨਾਂ ਲਈ ਆ ਗਏ ਹਨ। ਮਿਲੇ ਦੀਓ ਤਿਨ ਦਾਨ ਵਡੇਰੇ। ਜਿਨ੍ਹਾਂ ਨੂੰ ਜੋ ਚਾਹੀਦਾ ਸੀ ਗੁਰੂ ਸਾਹਿਬ ਨੇ ਦਾਨ ਮਾਣ ਦਿੱਤਾ ਹੈ। ਸਾਰਿਆਂ ਦੀਆਂ ਝੋਲੀਆਂ ਭਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ। ਚਤਰ ਪ੍ਰਦਛਨਾ ਫਿਰ ਕਰ ਦਈ। 4 ਪਰਿਕਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੀਤੀਆਂ ਹਨ। ਧਰ ਗੁਰ ਧਿਆਨ ਬੰਦਨਾ ਕਈ। ਤੇ ਸਤਿਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ, ਵੱਡੇ ਸਾਰੇ ਗੁਰੂ ਪਾਤਸ਼ਾਹਾਂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਸਾਰੇ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕੀਤੀ, ਨਮਸਕਾਰ ਕੀਤੀ ਹੈ। ਨਿਕਸੇ ਵਹਿਰ ਆਨ ਕਰ ਖਰੇ। ਫਿਰ ਮਹਾਰਾਜ ਬਾਹਰ ਆ ਗਏ ਨੇ। ਬਾਹਰ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਊਟੀ ਤੇ ਅਕਾਲ ਤਖਤ ਦੇ ਵਿਚਕਾਰ ਖੜੇ ਹੋ ਗਏ ਨੇ। ਭਾਟ ਕਲਾਵਤ ਜਿਨ ਜਸ ਰਰੇ। ਜਿਹੜੇ ਭੱਟ, ਕਲਾਵਾਨ, ਜਸ ਗਾਣ ਵਾਲੇ, ਢਾਡੀ ਵਗੈਰਾ, ਉਹ ਸਾਰੇ ਆ ਗਏ ਨੇ। ਧਨ ਦੇ ਤਿੰਨ ਕੋ ਹਰਖ ਵਧਾਏ। ਉਹਨਾਂ ਭੱਟਾਂ ਨੂੰ, ਢਾਡੀਆਂ ਨੂੰ, ਕਵੀਸ਼ਰਾਂ ਨੂੰ, ਗੁਰੂ ਘਰ ਦੇ ਸੇਵਾਦਾਰਾਂ ਨੂੰ ਖੁੱਲੀ ਮਾਇਆ ਦਿੱਤੀ ਗੁਰੂ ਸਾਹਿਬ ਨੇ। ਉਹਨਾਂ ਦਾ ਮਨ ਹੌਸਲਾ ਅਫਜ਼ਾਈ ਕੀਤੀ ਹੈ, ਕਿਉਂਕਿ ਜਿਹੜੇ ਰਾਗੀ, ਢਾਡੀ, ਗੁਣੀ, ਗਿਆਨੀ ਹੁੰਦੇ ਆ, ਇਹ ਸਾਧ ਸੰਗਤ ਜੀ ਗੁਰੂ ਦਾ ਜਸ ਗਾਉਣ ਵਾਸਤੇ ਹੁੰਦੇ ਆ। ਇਹਨਾਂ ਦੀਆਂ ਕੋਈ ਫੈਕਟਰੀਆਂ ਨਹੀਂ ਚੱਲਦੀਆਂ, ਕੰਪਨੀਆਂ ਨਹੀਂ ਚੱਲਦੀਆਂ, ਪ੍ਰਸ਼ਾਦਾ ਇਹਨਾਂ ਵੀ ਛਕਣਾ ਹੁੰਦਾ। ਗੁਰੂ ਸਾਹਿਬ ਇਸ ਕਰਕੇ ਮਰਿਆਦਾ ਬਣਾ ਰਹੇ ਸੀ ਵੀ ਅਸੀਂ ਜੋ ਕਰਾਂਗੇ ਆਉਣ ਵਾਲੇ ਸਿੱਖ ਵੀ ਕਰਨਗੇ। ਸੱਚੇ ਪਾਤਸ਼ਾਹ ਢਾਡੀਆਂ ਨੂੰ, ਰਾਗੀਆਂ ਨੂੰ, ਗੁਰੂ ਘਰ ਦੇ ਸੇਵਾਦਾਰਾਂ ਨੂੰ, ਪ੍ਰਚਾਰਕਾਂ ਨੂੰ ਖੁੱਲੀ ਮਾਇਆ ਦਿਆ ਕਰਦੇ ਸਨ। ਆਪਣੇ ਹੱਥੀਂ ਸੱਚੇ ਪਾਤਸ਼ਾਹ ਖੁੱਲਾ ਗੱਫਾ ਮਾਇਆ ਦਾ ਵਰਤਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ। ਜਹ ਕਹਿ ਜਾਏ ਤਿਨਹੋ ਜਸ ਗਾਏ। ਜਿੱਥੇ ਵੀ ਜਾਣਗੇ ਉੱਥੇ ਗੁਰੂ ਦਾ ਹੀ ਜਸ ਕਰਨਗੇ। ਸਾਧ ਸੰਗਤ ਜੀ, ਜਿਹਦਾ ਖਾਈਏ ਉਹਦਾ ਗਾਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਗੁਰੂ ਦਾ ਦਿੱਤਾ ਖਾਂਦੇ ਆ ਤੇ ਆਪਣੀ ਡਿਊਟੀ ਹੈ ਵੀ ਗੁਰੂ ਦਾ ਹੋਕਾ ਦੇਈ ਜਾਈਏ, ਗੁਰੂ ਦਾ ਜਸ ਕਰੀ ਜਾਈਏ। ਜੇ ਆਪਾਂ ਗੁਰੂ ਦਾ ਖਾ ਕੇ ਵੀ ਗੁਰੂ ਦਾ ਜਸ ਨਹੀਂ ਕਰਦੇ, ਫਿਰ ਦੇਣਦਾਰ, ਫਿਰ ਲੇਖਾ ਦੇਣਾ ਪਏਗਾ। ਤੇ ਜੇ ਆਪਾਂ ਗੁਰੂ ਸੱਚੇ ਪਾਤਸ਼ਾਹ ਦੇ ਘਰ ਦਾ ਪ੍ਰਸ਼ਾਦਾ ਛਕਦੇ ਆ ਤੇ ਫਿਰ ਗੁਰੂ ਦਾ ਜਸ ਸੁਣਾਈ ਚੱਲੀਏ। ਇੱਦਾਂ ਰਾਗੀ, ਢਾਡੀ, ਗੁਰੂ ਦੇ ਪਿਆਰੇ ਜਿੰਨੇ ਵੀ ਲੋਕ ਆਏ, ਮਹਾਰਾਜ ਨੇ ਸਾਰਿਆਂ ਦਾ ਮਾਣ ਸਨਮਾਨ ਕੀਤਾ। ਖੁੱਲੀ ਮਾਇਆ, ਗਿਣ ਕੇ ਨਹੀਂ ਸੀ ਮਹਾਰਾਜ ਦਿਆ ਕਰਦੇ, ਇੱਦਾਂ ਮੁੱਠੀ ਭਰ ਕੇ ਦਿੰਦੇ ਸੀ। ਖੁੱਲੇ ਗੱਫੇ, ਹਾਥੀਆਂ ਤੱਕ ਬਖਸ਼ ਦਿੱਤਾ। ਭਾਈ ਨੱਥੇ ਅਬਦੁੱਲੇ ਨੂੰ ਹਾਥੀ ਬਖਸ਼ ਦਿੱਤਾ ਢਾਡੀਆਂ ਨੂੰ। ਕਹਿੰਦੇ ਹਾਥੀ 'ਤੇ ਬਿਠਾ ਕੇ ਲਿਆਓ, ਗੁਰੂ ਦੀ ਕਥਾ ਸੁਣਾਉਣਗੇ, ਢਾਡੀਆਂ ਦੀਆਂ ਵਾਰਾਂ ਸੁਣਾਉਣਗੇ, ਜੋਸ਼ ਪੈਦਾ ਕਰਨਗੇ ਸਿੱਖਾਂ 'ਚ। ਇਹ ਸੁਰ ਸਿੰਘ ਦੇ ਸਨ। ਸੁਰ ਸਿੰਘ ਤੋਂ ਨੱਥੇ ਅਬਦੁੱਲੇ ਨੂੰ ਲਿਆਂਦਾ ਹਾਥੀ 'ਤੇ ਬਿਠਾ ਕੇ ਤੇ ਬੜਾ ਮਾਣ ਸਨਮਾਨ ਕੀਤਾ। ਇੱਦਾਂ ਹੀ ਬਾਕੀ ਢਾਡੀਆਂ ਨੂੰ ਵੀ ਮਹਾਰਾਜ ਰਾਗੀਆਂ ਨੂੰ ਖੁੱਲਾ ਸਤਿਕਾਰ ਮਾਣ ਦਿੰਦੇ ਹਨ। ਗੁਰ ਬਜਵਾਏ ਫਤਿਹ ਨਗਾਰਾ। ਫਿਰ ਮਹਾਰਾਜ ਫਤਿਹ ਦਾ ਨਗਾਰਾ ਵਜਾਇਆ, ਜਿੱਤ ਦਾ ਨਗਾਰਾ ਵਜਾਇਆ ਹੈ। ਭਏ ਤੁਰੰਗ ਪਰ ਪੁਨ ਅਸਵਾਰਾ। ਫਿਰ ਸਤਿਗੁਰੂ ਘੋੜੇ ਤੇ ਸਵਾਰ ਹੋਏ ਮਹਾਰਾਜ ਛੇਵੇਂ ਪਾਤਸ਼ਾਹ ਜੀ। ਚਲੇ ਚਬਾਲ ਦਿਸ਼ਾ ਕੋ ਤਬੈ। ਸਾਰਾ ਕੰਮ ਨਿਬੇੜ ਕੇ ਫੌਜ ਨੂੰ ਕਹਿੰਦੇ ਵੀ ਚਲੋ ਹੁਣ ਚਬਾਲ ਚਲੀਏ। ਸ਼ਹੀਦਾਂ ਦੇ ਸੰਸਕਾਰ ਕਰਨੇ ਜ਼ਰੂਰੀ ਸੀ, ਉਹ ਵੀ ਕਰਤੇ। ਜਿਹੜੇ ਸਿੱਖ ਜ਼ਖਮੀ ਹੋਏ ਸੀ ਉਹਨਾਂ ਨੂੰ ਲਾਗੇ ਬੰਨੇ ਪਿੰਡਾਂ 'ਚ ਭੇਜਤਾ। ਗੁਮਟਾਲਾ, ਸੁਲਤਾਨਵਿੰਡ, ਚੱਬਾ, ਇਹ ਜਿਹੜੇ ਨੇੜੇ ਨੇੜੇ ਪਿੰਡ ਨੇ ਨਾ ਸ੍ਰੀ ਅੰਮ੍ਰਿਤਸਰ ਦੇ, ਉੱਥੇ ਗੁਰੂ ਦੀਆਂ ਸੰਗਤਾਂ ਰਹਿੰਦੀਆਂ। ਕਿਸੇ ਪਿੰਡ 2 ਜ਼ਖਮੀ, ਕਿਸੇ 4 ਭੇਜਤੇ, ਕਿਸੇ ਜਿੱਥੇ ਜਿੱਥੇ ਵੀ ਭਾਈ ਇਹਨਾਂ ਦੀ ਮਲਮ ਪੱਟੀ ਕਰੋ, ਇਹਨਾਂ ਨੇ ਹੁਣ ਮੰਜੇ 'ਤੇ ਪੈਣਾ, ਕਈ ਦਿਨ ਲੱਗਣੇ ਠੀਕ ਹੁੰਦਿਆਂ। ਇਲਾਜ ਉਦੋਂ ਹਸਪਤਾਲ ਤਾਂ ਹੁੰਦੇ ਨਹੀਂ ਸੀ ਅੱਜ ਵਰਗੇ, ਇੱਦਾਂ ਹੀ ਵੈਦ, ਹਕੀਮ, ਜਰਾਹ ਇਲਾਜ ਕਰਦੇ ਸੀ। ਸੋ ਉਹਨਾਂ ਨੂੰ ਪਿੰਡਾਂ 'ਚ ਭੇਜ ਦਿੱਤਾ। ਸ਼ਹੀਦਾਂ ਦੇ ਸੰਸਕਾਰ ਕਰਤੇ। ਆਪ ਸਾਰਾ ਕੰਮ ਨਿਬੇੜ ਕੇ ਤੇ ਘੋੜੇ 'ਤੇ ਸਵਾਰ ਹੋ ਕੇ ਕਹਿੰਦੇ ਝਬਾਲ ਚਲੀਏ। ਸ੍ਰੀ ਅੰਮ੍ਰਿਤਸਰ ਤੋਂ 7 ਕੋਹ ਝਬਾਲ ਹੈ। ਬਾਬੇ ਬੁੱਢੇ ਸਾਹਿਬ ਦੀ ਬੀੜ ਦੇ ਤੁਸੀਂ ਦਰਸ਼ਨ ਕੀਤੇ। ਉਹਦੇ ਤੋਂ 1.5 ਕਿਲੋਮੀਟਰ ਹੀ ਬਸ ਬਾਹਰ ਆਈਏ ਤੇ ਅੱਗੇ ਝਬਾਲ ਆ ਜਾਂਦਾ। ਝਬਾਲ ਦਾ ਅੱਡਾ ਚੁਰਸਤਾ ਬਣਿਆ। ਇੱਕ ਖੇਮ ਕਰਨ ਵਾਲੀ ਸੜਕ ਅੰਮ੍ਰਿਤਸਰ ਵਾਲੀ, ਇੱਕ ਲਾਹੌਰ ਤੋਂ ਤਰਨਤਾਰਨ ਜਿਹੜੀ ਜਾ ਰਹੀ ਹੈ ਦਿੱਲੀ ਨੂੰ, ਪੁਰਾਣੀ ਸੜਕ, ਉਹਦੇ ਉੱਤੇ ਚੁਰਸਤੇ ਦੇ ਵਿੱਚ ਹੈ ਸਾਧ ਸੰਗਤ ਜੀ ਉਹ, ਜਿੱਥੇ
ਮਹਾਰਾਜ ਪਹੁੰਚੇ ਹਨ। ਇੱਥੇ ਪੰਜਵੇਂ ਪਾਤਸ਼ਾਹ ਦੇ ਸਮੇਂ ਦੇ ਬ੍ਰਹਮ ਗਿਆਨੀ ਸਿੱਖ ਚੌਧਰੀ ਲੰਗਾਹ ਜੀ ਹੋਏ ਨੇ। 84 ਪਿੰਡਾਂ ਦੇ ਮਾਲਕ ਹੋਏ ਨੇ, ਬਹੁਤ ਵੱਡੀ ਜਗੀਰ ਦੇ ਮਾਲਕ, ਅਮੀਰ ਸਨ ਬਹੁਤ, ਪਰ ਗੁਰੂ ਸਾਹਿਬ ਦੇ ਨਾਲ ਹੀ ਰਹਿੰਦੇ, ਸਾਦੇ ਜਿਹੇ ਬਣ ਕੇ। ਪੰਜਵੇਂ ਪਾਤਸ਼ਾਹ ਜਦੋਂ ਸ਼ਹੀਦ ਹੋਏ ਤਾਂ ਉਹਨਾਂ ਦੇ ਨਾਲ ਹੀ ਉੱਥੇ ਜੇਲ੍ਹ ਵਿੱਚ ਰਹੇ 5 ਦਿਨ, ਤਸੀਹੇ ਚੱਲੇ। ਜਦੋਂ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਭਾਈ ਲੰਗਾਹ, ਬਿਧੀ ਚੰਦ ਜੇਠਾ, ਪੈੜਾ ਪੁਰਾਣਾ ਵਾਪਸ ਅੰਮ੍ਰਿਤਸਰ ਆ ਗਏ ਸੀ। ਇਹ ਭਾਈ ਲੰਗਾਹ ਦੇ ਘਰ ਹੀ ਹੁਣ ਆਪਣੀ ਬੇਟੀ ਦੇ ਵਿਆਹ ਵਾਸਤੇ ਪਹਿਲਾਂ ਹੀ ਸੁਨੇਹਾ ਭੇਜਤਾ ਗੁਰੂ ਸਾਹਿਬ ਨੇ, 6ਵੇਂ ਪਾਤਸ਼ਾਹ ਨੇ। ਸਾਰਾ ਪਰਿਵਾਰ ਸਵੇਰ ਦਾ ਉੱਥੇ ਭੇਜ ਦਿੱਤਾ ਵੀ ਤੁਸੀਂ ਵਿਆਹ ਦੀ ਉੱਥੇ ਤਿਆਰੀ ਕਰੋ। ਉਧਰੋਂ ਬਰਾਤ ਨੂੰ ਵੀ ਕਹਿਤਾ ਵੀ ਅੰਮ੍ਰਿਤਸਰ ਨਹੀਂ ਆਉਣਾ, ਤੁਸੀਂ ਸਾਰਿਆਂ ਨੇ ਝਬਾਲ ਆਉਣਾ। ਬਰਾਤ ਵਾਲੇ ਭਾਈ ਧਰਮਾ ਖੋਸਲਾ ਆਪਣੇ ਪੁੱਤਰ ਸਾਧੂ ਦੀ ਬਰਾਤ ਲੈ ਕੇ ਝਬਾਲ ਪਿੰਡ ਵੱਲ ਆ ਗਏ। ਇੱਧਰੋਂ ਸਤਿਗੁਰੂ ਜੀ ਝਬਾਲ ਨੂੰ ਤੁਰ ਪਏ। ਮੋਦਤ ਹਿਰਦੈ ਉਲੰਘ ਮਗ ਸਭੈ। ਬੜੀ ਪ੍ਰਸੰਨਤਾ ਨਾਲ, ਖੁਸ਼ੀ ਨਾਲ ਸਾਰਾ ਪੈਂਡਾ ਤੈਅ ਕਰਕੇ ਸਭ ਪਰਿਵਾਰ ਥਿਰਿਓ ਜਿਸ ਥਾਨ। ਜਿੱਥੇ ਮਹਾਰਾਜ ਦਾ ਪਰਿਵਾਰ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਤੇ ਮਾਤਾ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਾਂ ਦੇਵੀ ਜੀ ਅਤੇ ਬੀਬੀ ਬੀਰੋ, ਸਾਰਾ ਪਰਿਵਾਰ ਜਿੱਥੇ ਠਹਿਰਿਆ ਹੋਇਆ ਹੈ। ਉਤਰੇ ਜਾਏ ਗੁਰੂ ਭਗਵਾਨ। ਉੱਥੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾ ਉਤਰੇ ਝਬਾਲ ਪਿੰਡ ਦੇ ਵਿੱਚ। ਤਤ ਛਿਨ ਸਭ ਕੋ ਆਗਿਆ ਦੀਨ। ਉਸੇ ਵੇਲੇ ਮਹਾਰਾਜ ਸਾਹਿਬ ਜੀ ਨੇ ਆਗਿਆ ਦਿੱਤੀ, ਜਿਤ ਕਿਸ ਮਿਗਰੀ ਵਿਆਹਨ ਚੀਨ। ਜਿੰਨੀ ਕੁ ਵਿਆਹ ਦੀ ਸਮੱਗਰੀ ਸੱਚੇ ਪਾਤਸ਼ਾਹ ਜੀ ਨੇ ਜਾਣੀ ਬਈ ਲਿਆਣੀ ਚਾਹੀਦੀ ਹੈ, ਉਹ ਪਹਿਲਾਂ ਹੀ ਭਾਈ ਲੰਗਾਹ ਨੇ ਬੰਦੋਬਸਤ ਕੀਤਾ ਹੋਇਆ ਸੀ, ਕਿਉਂਕਿ ਉਹ ਚੌਧਰੀ ਸੀ, ਪਿੰਡਾਂ ਦਾ ਮਾਲਕ ਸੀ, ਬਹੁਤ ਅਮੀਰ ਆਦਮੀ ਸੀ। ਤੇ ਮਾਤਾ ਦਮੋਦਰੀ ਜੀ ਨੇ ਜੋ ਜੋ ਚਾਹੀਦਾ ਸੀ ਉਹ ਤਿਆਰ ਕਰਵਾ ਰੱਖਿਆ ਸੀ। ਤਹਿ ਕੇ ਬਨਕ ਬੁਲਾਏ ਸੁਨਾਏ। ਉਥੋਂ ਦੇ ਬਾਣੀਏ ਜਿਹੜੇ ਦੁਕਾਨਦਾਰ ਨੇ ਝਬਾਲ ਦੇ, ਉਹਨਾਂ ਦੁਕਾਨਦਾਰਾਂ ਨੂੰ, ਬਾਣੀਆਂ ਨੂੰ ਬੁਲਾ ਕੇ ਮਹਾਰਾਜ ਕਹਿਣ ਲੱਗੇ, ਲੈਨ ਲਾਭ ਹਿਤ ਸਗਰੀ ਲਿਆਏ। ਉਹ ਵੀ ਸਾਰੇ ਜਿਹੜੇ ਬਾਣੀਏ ਸਨ ਬੜੇ ਖੁਸ਼ ਹੋਏ ਵੀ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਹੈ, ਤੇ ਉਹਨਾਂ ਨੂੰ ਪੈਸੇ ਵੀ ਬਚਣੇ ਸਨ, ਇਸ ਕਰਕੇ ਉਹ ਸਾਰਾ ਸਮਾਨ ਲੈ ਕੇ ਹਾਜ਼ਰ ਹੋ ਗਏ। ਸਰਬ ਪ੍ਰਕਾਰ ਅਨਗਨ ਆਨਾ। ਸੋ ਦੁਕਾਨਦਾਰਾਂ ਨੇ ਹਰ ਤਰ੍ਹਾਂ ਦਾ ਸਮਾਨ, ਆਟਾ, ਘਿਓ, ਖੰਡ, ਦਾਲਾਂ, ਸਬਜ਼ੀਆਂ, ਜੋ ਚਾਹੀਦਾ ਸੀ, ਮਠਿਆਈਆਂ ਬਣਾਉਣ ਵਾਸਤੇ, ਲੰਗਰ ਵਾਸਤੇ, ਵਿਆਹ ਵਾਸਤੇ, ਜਿੰਨਾ ਕੁ ਸਮਾਨ ਚਾਹੀਦਾ ਸੀ ਨਵੇਂ ਸਿਰਿਓਂ ਤਿਆਰ ਕੀਤਾ। ਹਾਂਜੀ, ਕ੍ਰਿਤ ਸਮੂਹ ਬਹੁਤ ਮਿਸ਼ਟਾਨਾ। ਬਹੁਤ ਸਾਰਾ ਘਿਓ, ਬਹੁਤ ਸਾਰੀ ਖੰਡ, ਸ਼ੱਕਰ ਤੇ ਗੁੜ ਮੰਗਵਾ ਲਿਆ। ਲਗੇ ਕਰਨ ਸਗਰੇ ਪਕਵਾਨ। ਤੇ ਦੁਕਾਨਦਾਰਾਂ ਕੋਲੋਂ ਸਮਾਨ ਮੰਗਾ ਕੇ ਹਲਵਾਈਆਂ ਨੂੰ ਦਿੱਤਾ, ਤੇ ਹਲਵਾਈ ਸਮਾਨ ਤਿਆਰ ਕਰਨ ਲੱਗ ਪਏ। ਕੋਈ ਜਲੇਬੀਆਂ, ਕੋਈ ਲੱਡੂ, ਕੋਈ ਸ਼ੱਕਰਪਾਰੇ, ਕੋਈ ਸਾਧ ਸੰਗਤ ਜੀ ਕਈ ਪ੍ਰਕਾਰ ਦੀਆਂ ਮਠਿਆਈਆਂ ਤਿਆਰ ਕਰਨ ਲੱਗੇ। ਆਨੇ ਬਹੁ ਰੇਸ਼ਮ ਕੇ ਥਾਨ। ਤੇ ਰੇਸ਼ਮੀ ਕੱਪੜੇ ਦੇ ਥਾਨ ਵੀ ਮੰਗਾਏ, ਕਿਉਂਕਿ ਜਿੰਨਾ ਕੁ ਵਿਆਹ ਦੀ ਤਿਆਰੀ ਅੰਮ੍ਰਿਤਸਰ 'ਚ ਕੀਤੀ ਸੀ ਉਹ ਸਾਰਾ ਸਮਾਨ ਉੱਥੇ ਰਹਿ ਗਿਆ, ਸਾਰਾ ਖਰਾਬ ਹੋ ਗਿਆ, ਮਠਿਆਈ ਸਾਰੀ ਤੁਰਕ ਖਾ ਗਏ। ਤੇ ਇਸ ਕਰਕੇ ਹੁਣ ਨਵੇਂ ਸਿਰਿਓਂ ਵਿਆਹ ਦੀ ਤਿਆਰੀ ਤੁਰਤ ਕਰਨੀ ਪਈ। ਹਾਂਜੀ, ਕਈ ਹਜ਼ਾਰਨ ਕੋ ਧਨ ਲੀਨ। ਕਈ ਹਜ਼ਾਰਾਂ ਰੁਪਈਆ ਖਰਚ ਕਰਕੇ ਵਿਆਹ ਦਾ ਸਾਰਾ ਸਮਾਨ ਤੁਰਤ ਤਿਆਰ ਕੀਤਾ ਗਿਆ। ਆਨ ਆਨ ਗਨ ਬਨ ਕਨ ਦੀਨ। ਔਰ ਦੁਕਾਨਦਾਰਾਂ ਨੂੰ ਮਾਇਆ ਦਿੱਤੀ ਵੀ ਇਹ ਸਮਾਨ ਚਾਹੀਦਾ, ਇਹ ਸਮਾਨ ਚਾਹੀਦਾ, ਉਹ ਫਟਾਫਟ ਲਈ ਆਉਂਦੇ ਨੇ। ਇੱਧਰ ਹਲਵਾਈ ਬਣਾਈ ਜਾਂਦੇ ਨੇ, ਦਰਜੀ ਕੱਪੜੇ ਸੀਨ ਲੱਗ ਪਏ ਨੇ। ਸਾਰਾ ਜਿੰਨਾ ਕੁ ਵਿਆਹ ਦਾ ਤਿਆਰਾ ਕਈ ਮਹੀਨਿਆਂ 'ਚ ਹੁੰਦਾ ਨਾ, ਕਿਉਂਕਿ ਵਿਆਹ ਦੀ ਤਿਆਰੀ ਬੜੇ ਦਿਨ ਪਹਿਲਾਂ ਕਰਨੀ ਪੈਂਦੀ, ਉਹ ਇੱਕ ਦਿਨ 'ਚ ਹੀ ਕਰਨੀ ਪਈ ਜੰਗ ਦੇ ਕਾਰਨ। ਤਿਆਰੀ ਤਾਂ ਪਹਿਲਾਂ ਹੋਈ ਸੀ, ਉਹ ਗੁਰੂ ਸਾਹਿਬ ਦਾ ਹੀ ਬਚਨ ਹੋ ਗਿਆ ਵੀ ਜਿਹੜੀ ਮਠਿਆਈ ਮੇਰੇ ਸਿੱਖਾਂ ਨੂੰ ਨਹੀਂ ਖਾਣ ਨੂੰ ਦਿੱਤੀ, ਇਹ ਤੁਰਕ ਖਾਣਗੇ। ਉਹ ਵਿਆਹ ਦਾ ਸਾਰਾ ਹੀ ਕੰਮ ਖਰਾਬ ਹੋ ਗਿਆ, ਰੰਗ 'ਚ ਭੰਗ ਪੈ ਗਈ। ਪਰ ਹੁਣ ਗੁਰੂ ਸਾਹਿਬ ਨੇ ਫਿਰ ਰਚਨਾ ਰਚ ਦਿੱਤੀ, ਫਿਰ ਉੱਦਾਂ ਹੀ ਕਰਤਾ। ਜਿਹੜਾ ਮਹੀਨੇ ਦਾ ਕੰਮ ਸੀ ਇੱਕ ਦਿਨ 'ਚ ਤਿਆਰ ਕਰਤਾ।
ਹਾਂਜੀ। ਜਥਾ ਜੋਗ ਸਾਮਗਰੀ ਤਿਆਰ ਜਥਾ ਜੋਗ ਸਾਰੀ ਸਮੱਗਰੀ ਵਿਆਹ ਦੀ ਤਿਆਰ ਕਰਕੇ ਤੁਰਤ ਕਰਾਈ ਗੁਰੂ ਉਦਾਰ ਮਹਾਰਾਜ ਨੇ ਤਿਆਰੀ ਕਰਵਾ ਲਈ ਤੁਰਤੀ। ਸੁਣੀ ਜਨੇਤ ਜਬ ਹੈ ਨਿਆਰਾਈ ਜਦੋਂ ਪਤਾ ਲੱਗਾ ਵੀ ਬਰਾਤ ਨੇੜੇ ਆ ਗਈ, ਜੰਝ ਨੇੜੇ ਆ ਗਈ ਹੈ, ਪਠੇ ਮਸੰਦ ਸਿੱਖ ਅਗਵਾਈ ਬਰਾਤ ਨੂੰ ਲੈਣ ਵਾਸਤੇ ਆਓ ਭਗਤ ਕਰਨ ਲਈ, ਸਤਿਕਾਰ ਕਰਨ ਲਈ ਆਪਣੇ ਗੁਰੂ ਘਰ ਦੇ ਮੁਖੀਏ ਮਸੰਦ ਭੇਜੇ ਹਨ। ਸਕਲ ਰੀਤ ਕਰ ਲਿਆਵਤ ਭਏ ਉਹ ਗੁਰੂ ਘਰ ਦੇ ਮਸੰਦ ਗਏ, ਬਰਾਤ ਨੂੰ ਬੜੇ ਆਦਰ ਨਾਲ, ਬੜੀ ਰਿਸਪੈਕਟ ਨਾਲ, ਸਤਿਕਾਰ ਨਾਲ ਲੈ ਕੇ ਆਏ। ਪਟ ਹੈ ਬੰਸਰੀ ਢੋਲ ਬਜਾਏ ਉਹ ਬਰਾਤੀ ਆ ਰਹੇ ਨੇ, ਬੰਸਰੀਆਂ ਵਜਾ ਰਹੇ ਨੇ, ਢੋਲ ਵੱਜ ਰਹੇ ਨੇ, ਪਟੇ ਪਣਵ। ਅੱਜ ਕੱਲ੍ਹ ਤੇ ਉਹ ਦੂਸਰੇ ਬੈਂਡ ਵਾਜੇ ਆ ਗਏ ਵਿਆਹਾਂ ਤੇ, ਜਿਹੜੇ ਕੰਨ ਪਾੜਦੇ ਆ, ਬਹੁਤ ਰੌਲਾ ਪਾਉਂਦੇ, ਇਹ ਅੰਗਰੇਜ਼ੀ ਵਾਜੇ। ਪਹਿਲਾਂ ਹੁੰਦੀਆਂ ਸੀਗੀਆਂ ਨਫੀਰੀਆਂ, ਸ਼ਹਿਨਾਈਆਂ, ਢੋਲ। ਉਹ ਆਵਾਜ਼ ਬੜੀ ਸੋਹਣੀ ਲੱਗਦੀ ਸੀ, ਸੁਰੀਲੀ ਹੁੰਦੀ ਸੀ। ਉਹ ਅੱਗੇ ਵੱਜਦੇ ਆ ਰਹੇ ਨੇ ਵਾਜੇ, ਢੋਲ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਕਾਨੜੇ ਵੱਜ ਰਹੇ ਨੇ, ਤੇ ਸਾਧ ਸੰਗਤ ਜੀ ਝਾਂਜਾਂ ਵੱਜ ਰਹੀਆਂ ਨੇ। ਹਾਂਜੀ। ਧਨ ਬਰਖਾਵਤ ਆਏ ਅਗਾਰੀ ਬਹੁਤ ਸਾਰੀ ਮਾਇਆ ਦੇ ਉੱਤੋਂ ਵਰਖਾ ਹੋ ਰਹੀ ਹੈ। ਬਰਾਤ ਦੇ ਲਾੜੇ ਦੇ ਉੱਤੋਂ ਦੀ ਪੈਸੇ ਸੁੱਟਣ ਦਾ ਰਿਵਾਜ ਹੁੰਦਾ ਸੀ। ਅੱਜ ਕੱਲ੍ਹ ਮੁੰਡਾ ਕਾਰ 'ਚ ਬਹਿ ਕੇ ਆਉਂਦਾ, ਪਹਿਲਾਂ ਘੋੜੀ 'ਤੇ ਆਉਂਦਾ ਸੀ। ਉਹ ਘੋੜੀ 'ਤੇ ਬੈਠੇ ਲੜਕੇ ਦੇ ਉੱਤੋਂ ਦੀ ਮਾਇਆ ਸੁੱਟਦੇ ਸੀ ਉਹਦੇ ਦਾਦੇ, ਤਾਏ, ਮਾਂ ਬਾਪ ਜੋ ਵੀ ਨਾਲ ਹੁੰਦੇ ਸੀ। ਬੀਬੀਆਂ ਤਾਂ ਨਹੀਂ ਸੀ ਆਉਂਦੀਆਂ ਬਰਾਤ ਵਿੱਚ, ਬੰਦੇ ਹੀ ਬਰਾਤ 'ਚ ਆਉਂਦੇ ਸੀ। ਇਹਦਾ ਸਾਡੇ ਦੇਖਦਿਆਂ ਦੇਖਦਿਆਂ ਰਿਵਾਜ ਬਦਲਿਆ, ਮਾਈਆਂ ਬੀਬੀਆਂ ਵੀ ਬਰਾਤ ਜਾਂਦੀਆਂ ਹੁਣ, ਪਹਿਲਾਂ ਬੰਦੇ ਹੀ ਬਰਾਤ ਜਾਂਦੇ ਸੀ। ਸੋ ਉਹ ਬਰਾਤ ਦੇ ਵਿੱਚ ਉੱਤੋਂ ਦੀ ਪੈਸੇ ਸਿੱਟਦੇ ਹਨ। ਦੁਲਹੋ ਤਨ ਸੁੰਦਰ ਦੁੱਤ ਧਾਰੀ ਸੋ ਲਾੜੇ ਦੇ ਉੱਤੋਂ ਦੀ ਬਰਾਤ ਵਾਲੇ ਮਾਇਆ ਸਿੱਟਦੇ ਨੇ। ਤੇ ਲਾੜੇ ਦਾ ਨਾਮ ਭਾਈ ਸਾਧੂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਦਮਾਦ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਜੀਜਾ, ਤੇ ਗੁਰੂ ਗੋਬਿੰਦ ਸਿੰਘ ਦਾ ਫੁੱਫੜ ਸੀਗਾ ਭਾਈ ਸਾਧੂ। ਇਹਨੇ ਬਾਣੀ ਵੀ ਰਚੀ ਹੈ, ਛੰਦ ਵੀ ਰਚੇ ਬੜੇ ਸੋਹਣੇ। ਸਾਧੂ ਜਨ ਗੁਰ ਦਰਸ਼ਨ ਕੀਤਾ, ਤੋ ਚਰਨਾਮਤ ਗੁਰ ਦਾ ਪੀਤਾ। ਇੱਦਾਂ ਉਹਨਾਂ ਦੀ ਕੁਛ ਰਚਨਾ ਮਿਲਦੀ ਬਾਬਾ ਸਾਧੂ ਕਰਕੇ। ਸੋ ਬੜੀ ਸੋਹਣੀ ਮਿੱਠੀ ਬਾਣੀ ਰਚਿਆ ਕਰਦੇ ਸੀ। ਅੱਜ ਲਾੜੇ ਬਣ ਕੇ ਬੀਬੀ ਬੀਰੋ ਨਾਲ ਵਿਆਹ ਕਰਾਉਣ ਲਈ ਆਏ ਹਨ। ਕਰਕੇ ਬੰਸ਼ ਰੀਤ ਜੋ ਸਾਰੀ ਜੋ ਕੁਲ ਰੀਤ ਸੀ, ਗੁਰੂ ਘਰ ਦੀ ਮਰਜ਼ਾਦਾ ਸੀ, ਸਾਰੀ ਕੀਤੀ ਹੈ। ਸਾਦਰ ਭਾਖ ਬਰਾਤ ਉਤਾਰੀ ਬਰਾਤ ਨੂੰ ਜੀ ਆਇਆਂ ਨੂੰ ਕਹਿ ਕੇ ਉਤਾਰਿਆ ਗਿਆ। ਉਹਨਾਂ ਦਿਨਾਂ 'ਚ ਜੰਝ ਘਰ ਬਣੇ ਹੁੰਦੇ ਸੀ, ਉਹਨਾਂ ਜੰਝ ਘਰਾਂ ਦੇ ਵਿੱਚ ਬਰਾਤ ਰੋਕੀ ਜਾਂਦੀ ਸੀ। ਜੰਝ ਘਰ ਦੇ ਵਿੱਚ ਬਰਾਤ ਦਾ ਉਤਾਰਾ ਕੀਤਾ ਹੈ। ਡੇਰਾ ਕਰ ਸਗਰੇ ਬਿਸਰਾਮੇ ਸਾਰਿਆਂ ਦੇ ਮੰਜੇ ਡਾਹ ਦਿੱਤੇ, ਸਾਰਿਆਂ ਨੂੰ ਆਸਣ ਦਿੱਤੇ, ਸਾਰਿਆਂ ਨੇ ਆਰਾਮ ਕੀਤਾ। ਸਭ ਦੇਖਤ ਦੁਲਹੋ ਅਬਿਰਾਮੇ ਤੇ ਸਾਰੇ ਪਿੰਡ ਝਬਾਲ ਵਾਲੇ ਵੀ, ਗੁਰੂ ਹਰਗੋਬਿੰਦ ਸਾਹਿਬ ਦਾ ਪਰਿਵਾਰ ਵੀ, ਅਤੇ ਗੁਰੂ ਦੀਆਂ ਫੌਜਾਂ ਵੀ ਬੜੇ ਸੋਹਣੇ ਲਾੜੇ ਨੂੰ ਵੇਖਦੀ। ਬਹੁਤ ਹੀ ਸੋਹਣਾ ਗੱਭਰੂ ਜਵਾਨ ਸੁੰਦਰ ਬਾਬਾ ਸਾਧੂ ਹੈ। ਹਾਂਜੀ। ਕਰਹਿ ਸਰਾਹਨ ਸਭ ਨਰ ਨਾਰੀ ਸਭ ਝਬਾਲ ਵਾਲੇ ਵੀ ਕਹਿੰਦੇ ਆ ਵੀ ਗੁਰੂ ਜੀ ਦਾ ਦਮਾਦ ਜਿਹੜਾ ਜਵਾਈ ਬਹੁਤ ਹੀ ਸੋਹਣਾ ਹੈ। ਹਾਂਜੀ। ਸਭ ਸੁਸ਼ੀਲ ਗੁਣ ਗਨ ਕੋ ਧਾਰੀ ਸੁਭਾਅ ਵੀ ਬੜਾ ਚੰਗਾ ਲੱਗਦਾ ਲੜਕੇ ਦਾ, ਸੁਸ਼ੀਲ ਸੁਭਾਅ ਹੈ, ਗੁਣਾ ਵਾਲਾ ਹੈ। ਸੂਰਜ ਅਸਤ ਹੋਣ ਤੇ ਆਗੇ ਸੂਰਜ ਛਿਪਣ ਦਾ ਟਾਈਮ ਹੋ ਗਿਆ, ਰਹਿ ਰਾਸ ਦਾ ਟਾਈਮ ਹੋ ਗਿਆ। ਭੋਜਨ ਪਠਿਓ ਖਾਨ ਸੋ ਲਾਗੇ ਉਸ ਤੋਂ ਸੂਰਜ ਛਿਪਣ ਤੋਂ ਪਹਿਲਾਂ ਹੀ ਲੰਗਰ ਬਰਾਤ ਨੂੰ ਭੇਜਿਆ ਗਿਆ ਵੀ ਤੁਸੀਂ ਪ੍ਰਸ਼ਾਦਾ ਛਕੋ। ਥੱਕੇ ਆਏ ਉਹ ਸਫ਼ਰ ਕਰਕੇ, ਕਿਉਂਕਿ ਲੰਮਾ ਪੈਂਡਾ ਕਰਕੇ ਆਏ ਸੀ। ਜਾਣਾ ਤਾਂ ਅੰਮ੍ਰਿਤਸਰ ਸੀ, ਰਸਤੇ 'ਚ ਰਾਹ ਬਦਲਣਾ ਪਿਆ, ਅੰਮ੍ਰਿਤਸਰ ਦੀ ਥਾਂ 'ਤੇ ਝਬਾਲ ਜਾਣਾ ਪਿਆ। ਸੋ ਬਰਾਤ ਬੜਾ ਪਾ ਕੇ ਆਈ ਹੈ, ਥੱਕੀ ਹੋਈ ਹੈ। ਮਹਾਰਾਜ ਨੇ ਕਿਹਾ ਪਹਿਲਾਂ ਪ੍ਰਸ਼ਾਦਾ ਛਕਾਓ ਸਾਰਿਆਂ ਨੂੰ। ਸੰਧਿਆ ਸਮੇਂ ਸੁਰਨ ਤਨ ਧਾਰੇ ਸਾਧ ਸੰਗਤ ਸੰਧਿਆ ਦਾ ਸਮਾਂ ਹੋਇਆ ਜਦੋਂ ਗਏ ਬਰਾਤ ਸੇਵਕੋ ਸਾਰੇ ਕਹਿੰਦੇ ਬਰਾਤ ਦੀ ਸੇਵਾ ਕਰਨ ਲਈ ਦੇਵਤੇ ਹਾਜ਼ਰ ਹੋ ਗਏ।
ਰਿਸ਼ੀ ਮੁਨੀ ਸਾਧੂ ਸੰਤ ਮਹਾਤਮਾ ਗੁਰੂ ਘਰ ਦੇ ਜਪੀ ਤਪੀ ਉਹ ਵਿੱਚ ਸੇਵਾ ਕਰ ਰਹੇ ਨੇ। ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਥੇ ਗੁਰੂ ਮਹਾਰਾਜ ਦਾ ਕਾਰਜ ਹੋਵੇਗਾ ਉੱਥੇ ਪਰਮੇਸ਼ਰ ਆਪ ਖੜਾ ਹੋ ਜਾਂਦਾ, ਸਾਰੀਆਂ ਗੁਪਤ ਸ਼ਕਤੀਆਂ ਖੜੀਆਂ ਹੋ ਜਾਂਦੀਆਂ। ਹਾਂਜੀ। ਗੁਰ ਸੰਗੀ ਨਰ ਸ਼ਰਮਤ ਮਹਾਨੇ। ਗੁਰੂ ਸਾਹਿਬ ਦੇ ਨਾਲ ਜਿਹੜੇ ਸਿੱਖ ਸੀਗੇ ਨਾ, ਉਹ ਜੰਗ ਲੜ ਕੇ ਆਏ ਸੀ, ਜਿਨ੍ਹਾਂ ਨੇ ਬਰਾਤ ਦੀ ਸੇਵਾ ਕਰਨੀ ਸੀ, ਉਹ ਥੱਕੇ ਪਏ। ਲੜਾਈ ਦਾ ਤਾਂ ਸਾਧ ਸੰਗਤ ਜੀ ਨਾਂ ਹੀ ਬੁਰਾ ਹੁੰਦਾ, ਲੜਾਈ ਦੇ ਤੇ ਨਾਂ ਤੋਂ ਹੀ ਬੰਦੇ ਨੂੰ ਥਕਾਵਟ ਹੋ ਜਾਂਦੀ। ਪਰ ਹੁਣ ਜੰਗ ਲੜ ਕੇ ਆਏ, ਥੱਕੇ ਪਏ ਸਨ ਸਿੱਖ ਸਾਰੇ ਹੀ। ਹਾਂਜੀ। ਦੁਲੱਭ ਸਮੇਗਰੀ ਲਿਆਵਣ ਜਾਣੇ। ਕਹਿੰਦੇ ਉਹਨਾਂ ਕੋਲੋਂ ਸੇਵਾ ਕਰਨੀ ਔਖੀ ਸੀ, ਦੇਵਤੇ ਸਿੱਖਾਂ ਦਾ ਰੂਪ ਧਾਰਨ ਕਰਕੇ ਆ ਗਏ। ਪਤਾ ਨਹੀਂ ਲੱਗਦਾ ਵੀ ਇਹ ਦੇਵਤੇ ਹਨ, ਹੈ ਅਕਾਲ ਪੁਰਖ ਦੀਆਂ ਸ਼ਕਤੀਆਂ, ਪਰ ਸੇਵਾਦਾਰਾਂ ਦਾ ਰੂਪ ਬਣਾਇਆ ਹੋਇਆ, ਸਿੱਖਾਂ ਦਾ ਰੂਪ ਬਣਾਇਆ ਹੋਇਆ, ਤੇ ਬਰਾਤੀਆਂ ਨੂੰ ਪ੍ਰਸ਼ਾਦੇ ਛਕਾ ਰਹੇ ਨੇ, ਉਹਨਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਮੰਜੇ ਬਿਸਤਰੇ ਦੇ ਰਹੇ ਨੇ, ਪੱਖਾ ਝੱਲ ਰਹੇ, ਗਰਮੀ ਦੀ ਮੌਸਮ ਸੀਗੀ, ਸੇਵਾ ਕਰਦੇ ਹਨ। ਸਭ ਸਮਾਜ ਬਿਗੜਿਓ ਰਣ ਭਏ। ਕਿਉਂਕਿ ਅੰਮ੍ਰਿਤਸਰ ਦੀ ਲੜਾਈ 'ਚ ਸਾਰਾ ਕੰਮ, ਸਾਜੋ ਸਮਾਨ ਵਿਗੜ ਗਿਆ ਸੀ, ਬਹੁਤ ਨੁਕਸਾਨ ਹੋ ਗਿਆ ਸੀ। ਵਿਆਹ ਦੀ ਜਿੰਨੀ ਤਿਆਰੀ ਕਈ ਮਹੀਨਿਆਂ ਤੋਂ ਤਿਆਰੀ ਕੀਤੀ ਸੀ ਮਾਤਾ ਦਮੋਦਰੀ ਨੇ, ਉਹ ਸਾਰੀ ਤਹਿਸ਼ ਨਹਿਸ਼ ਹੋ ਗਈ ਸੀ। ਸੰਚਨ ਕਰੇ ਪਦਾਰਥ ਗਏ। ਜਿੰਨਾ ਕੁਝ ਜੋੜ ਕੇ ਰੱਖਿਆ ਸੀ ਦਾਜ ਦੇਣ ਵਾਸਤੇ, ਮਠਿਆਈਆਂ ਸੇਵਾ ਕਰਨ ਵਾਸਤੇ, ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਬੜਾ ਵਧੀਆ ਕੀਤਾ ਸੀ ਅੰਮ੍ਰਿਤਸਰ 'ਚ ਜੇ ਵਿਆਹ ਹੁੰਦਾ ਤੇ। ਪਰ ਹੋਣਾ ਤੇ ਉਹੀ ਹੈ ਜਿਹੜਾ ਗੁਰੂ ਨੂੰ ਮਨਜ਼ੂਰ ਹੋਣਾ। ਮਹਾਰਾਜ ਕਹਿੰਦੇ ਮਠਿਆਈਆਂ ਜਿਹੜੀਆਂ ਮੇਰੇ ਸਿੱਖਾਂ ਨੂੰ ਨਹੀਂ ਦਿੱਤੀਆਂ ਖਾਣ ਨੂੰ, ਇਹ ਤੁਰਕ ਖਾਣਗੇ। ਬਸ ਇੰਨੀ ਗੱਲ ਤੋਂ ਸਾਰਾ ਕੁਝ ਹੀ ਵਿਗੜ ਗਿਆ, ਸਾਰਾ ਕੁਝ ਹੀ ਨੁਕਸਾਨ ਹੋ ਗਿਆ। ਹਾਂਜੀ। ਇਤਿਆਦਿਕ ਦੇਵਨ ਮਨ ਜਾਨ। ਦੇਵਤਿਆਂ ਨੇ ਮਨ ਵਿੱਚ ਸੋਚਿਆ ਵੀ ਗੁਰੂ ਸਾਹਿਬ ਨੇ ਤੇ ਸਾਡੇ ਵਾਸਤੇ, ਸਾਡੀ ਦੁਨੀਆ ਵਾਸਤੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲੁਟਾ ਦਿੱਤੀਆਂ ਨੇ। ਨਰ ਤਨ ਧਰੇ ਆਏ ਤਿਸ ਥਾਨ। ਉਹ ਗੁਪਤ ਦੇਵਤੇ ਸਾਧ ਸੰਗਤ ਜੀ ਮਨੁੱਖੀ ਜਾਮਾ ਧਾਰਨ ਕਰਕੇ ਤੇ ਆ ਗਏ, ਮਨੁੱਖੀ ਜਾਮੇ ਵਿੱਚ ਸੇਵਾ ਕਰਨ ਲੱਗੇ। ਅੱਜ ਕੱਲ੍ਹ ਨਾ ਦੇਵਤਿਆਂ ਦਾ ਨਾਂ ਸੁਣ ਕੇ ਵੀ ਕਈਆਂ ਦੇ ਕੰਨਾਂ 'ਚ ਖੁਰਕ ਹੋਣ ਲੱਗ ਜਾਣੀ ਹੈ। ਸਾਧ ਸੰਗਤ ਜੀ ਦੇਵਤੇ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਜਾਂ ਈਸਾਈਆਂ ਦੇ ਨਹੀਂ ਹੁੰਦੇ। ਦੇਵਤੇ ਕੀ ਹੈ? ਅਕਾਲ ਪੁਰਖ ਦੀਆਂ ਸ਼ਕਤੀਆਂ ਨੇ, ਸਾਂਝੇ ਹੀ ਨੇ। ਸੂਰਜ ਕਿਸੇ ਦਾ ਖਰੀਦਿਆ ਹੋਇਆ ਵੀ ਹਿੰਦੂਆਂ ਦਾ ਹੀ ਹੈ ਸੂਰਜ? ਦੱਸੋ ਮੈਨੂੰ। ਮਹਾਰਾਜ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਸਾਡੀ ਰਸੋਈ 'ਚ ਨੇ ਦੇਵਤੇ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਅੱਗ, ਤੇ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਸੋ ਇਹ ਨਹੀਂ ਸ਼ੰਕਾ ਕਰੀਦਾ ਹੁੰਦਾ ਵੀ ਇਹ ਦੇਵਤੇ ਕਿਹੜੇ ਨੇ। ਆਮ ਲੋਕੀ ਉਹ ਦੇਵਤੇ ਸਮਝਦੇ ਆ ਜਿਹੜੇ ਉਹ ਟੀਵੀ 'ਤੇ ਦਿਖਾਉਂਦੇ ਆ ਨਾ, ਸਿਰ 'ਤੇ ਸੋਨੇ ਦੇ ਮੁਕਟ ਪਾਈ ਫਿਰਦੇ ਆ, ਬੰਦਿਆਂ ਵਰਗੇ ਹੁੰਦੇ ਆ। ਪਰ ਉਹਦਾ ਸਮਝਾਉਣ ਵਾਸਤੇ ਉਹ ਵੀ ਇੱਦਾਂ ਸ਼ਕਤੀਆਂ ਦੀ ਆਪਸ 'ਚ ਗੱਲਬਾਤ ਹੁੰਦੀ, ਉਹ ਬੰਦੇ ਦੇ ਰੂਪ 'ਚ ਬਣਾਇਆ ਜਾਂਦਾ। ਪਰ ਹੈਨ ਇਹ ਅਕਾਲ ਪੁਰਖ ਦੀਆਂ ਸ਼ਕਤੀਆਂ। ਰੋਜ਼ ਪੜ੍ਹਦੇ ਹਾਂ, ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ। ਹੇ ਵਾਹਿਗੁਰੂ, ਇੰਦਰ ਵਰਗੇ ਦੇਵਤੇ ਤੇਰਾ ਜਸ ਗਾ ਰਹੇ ਨੇ, ਤੈਨੂੰ ਗਾ ਰਹੇ ਨੇ। ਜਿਹੜੇ ਕਹਿੰਦੇ ਵੀ ਦੇਵਤੇ ਹੁੰਦੇ ਹੀ ਕੋਈ ਨਹੀਂ, ਉਹਨਾਂ ਨੂੰ ਪੁੱਛੋ ਫਿਰ ਇਸ ਪੰਕਤੀ ਦਾ ਕਿਵੇਂ ਅਰਥ ਕਰੋਗੇ? ਗਾ ਕੌਣ ਰਿਹਾ ਜੇ ਹੈ ਹੀ ਕੋਈ ਨਹੀਂ? ਜੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਗਾ ਰਹੇ ਨੇ ਤੇ ਇਹਦਾ ਮਤਲਬ ਹੋਣਗੇ, ਹੈਨ, ਤਾਂ ਹੀ ਗਾ ਰਹੇ ਨੇ। ਜਿਹੜਾ ਹੈ ਹੀ ਨਹੀਂ ਉਹਨੇ ਗਾਣਾ ਕੀ ਹੈ? ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ ਸਾਧ ਵਿਚਾਰੇ। ਸਾਰੇ ਉਹਨੂੰ ਗਾ ਰਹੇ ਨੇ, ਉਹਦੀ ਸੇਵਾ ਕਰ ਰਹੇ ਨੇ। ਉਹਦੀ ਬੇਟੀ ਦਾ ਵਿਆਹ ਹੈ ਤੇ ਉਹਦੇ ਵਿੱਚ ਫਿਰ ਸੇਵਾ ਨਹੀਂ ਕਰਨਗੇ ਕਿ ਦੇਵਤੇ ਫਿਰ ਸੇਵਾ ਵਾਸਤੇ ਮਨੁੱਖੀ ਜਾਮੇ ਧਾਰਨ ਕਰਕੇ ਆਏ ਹਨ। ਕਿ ਤਿਕ ਮੰਚ ਉਚਾਵ ਲਿਆਏ। ਕਈ ਦੇਵਤੇ ਮੰਜੇ ਚੁੱਕ ਚੁੱਕ ਕੇ ਲਿਆ ਰਹੇ ਨੇ ਤੇ ਲਿਆ ਕੇ
ਬਰਾਤੀਆਂ ਨੂੰ ਦੇ ਰਹੇ ਨੇ। ਗਿਲਮ ਗਲੀਚਾ ਫਰਸ਼ ਕਰਾਏ। ਬੜੇ ਸੋਹਣੇ ਗਲੀਚੇ ਲੱਗ ਗਏ, ਕਾਲੀਨ ਵਿਛਾਏ ਗਏ, ਦਰੀਆਂ ਵਿਛਾਈਆਂ ਗਈਆਂ, ਸੋਹਣੇ ਫਰਸ਼ ਵਿਛਾਏ ਗਏ। ਬਾਰੇ ਝਾੜ ਪ੍ਰਕਾਸ਼ ਵਿਸਾਲਾ। ਫਿਰ ਝਾੜ ਫਨੂਸ ਬਾਲ ਕੇ ਰੋਸ਼ਨੀ ਕੀਤੀ। ਉਹਨਾਂ ਦਿਨਾਂ 'ਚ ਵਿਆਹ ਰਾਤ ਨੂੰ ਹੁੰਦੇ ਸੀ ਨਾ, ਸੋ ਰਾਤ ਨੂੰ ਵਿਆਹ ਹੋਣਾ, ਇਸ ਕਰਕੇ ਉਹਦੀ ਤਿਆਰੀ ਕੀਤੀ ਗਈ। ਕੋਤਰਨ ਆਨਤ ਭੇ ਤਤਕਾਲਾ। ਤੇ ਕੋਈ ਵਿਆਹ ਦਾ ਕੋਈ ਸਮਾਨ ਲਿਆ ਰਿਹਾ, ਕੋਈ ਸਮਾਨ ਲਿਆ ਰਿਹਾ, ਕੋਈ ਘੋੜਿਆਂ ਨੂੰ ਪੱਠੇ ਪਾ ਰਹੇ ਨੇ। ਕਿਨਹੂ ਦਾਨਾ ਆਨ ਵਰਤਾਇਓ। ਕਿਸੇ ਨੇ ਘੋੜਿਆਂ ਨੂੰ ਦਾਣਾ ਵਰਤਾਇਆ, ਕਿਉਂਕਿ ਬਰਾਤੀਆਂ ਦੇ ਵੀ ਘੋੜੇ ਆਏ ਨੇ, ਘੋੜੀਆਂ ਆਈਆਂ ਨੇ। ਇਧਰੋਂ ਗੁਰੂ ਦੀ ਫੌਜ ਵੀ ਜੰਗ ਲੜ ਕੇ ਆਈ, ਉਹਨਾਂ ਦੇ ਘੋੜੇ ਵੀ ਭੁੱਖੇ ਨੇ, ਉਹਨਾਂ ਨੂੰ ਵੀ ਘਾਹ ਪੱਠਾ ਪਾਣਾ। ਸੋ ਦੇਵਤੇ ਆ ਕੇ ਸੇਵਾ ਕਰ ਰਹੇ ਨੇ ਬਰਾਤ ਦੀ। ਹਾਂਜੀ, ਕ੍ਰਿਤ ਮਿਸ਼ਟਾਨ ਅੰਨ ਕੋ ਲਿਆਇਓ। ਕੋਈ ਘਿਓ ਲਿਆ ਰਿਹਾ, ਕੋਈ ਮਿੱਠਾ, ਕੋਈ ਅੰਨ, ਤੇ ਸੇਵਾ ਭੱਜ ਭੱਜ ਕੇ ਕਰ ਰਹੇ ਨੇ। ਪਾਨ ਕਰਾਏ ਕਿਤਕ ਸਰਦਾਈ। ਕਿਸੇ ਨੇ ਸ਼ਰਦਾਈ ਰਗੜ ਕੇ ਛਕਾਈ, ਸ਼ਰਦਾਈ ਰਗੜ ਕੇ ਮਿੱਠੀ, ਬਦਾਮ, ਖਸਖਸ, ਕਾਲੀ ਮਿਰਚ ਤੇ ਇਦਾਂ ਦੇ ਪਦਾਰਥ ਰਗੜ ਕੇ ਉਹ ਫਿਰ ਠੰਡੀ ਸ਼ਰਦਾਈ, ਠੰਡਿਆਈ ਵੀ ਕਹਿ ਦਿੰਦੇ ਆ, ਸ਼ਰਦਾਈ ਵੀ ਗੱਲ ਇੱਕੋ ਹੀ। ਸ਼ਰਦ ਮੈਨੇ ਸ਼ਰਦਾਈ ਠੰਡੀ, ਤੋ ਸ਼ਰਦਾਈਆਂ ਛਕਾਈਆਂ ਹਨ ਬਰਾਤੀਆਂ ਨੂੰ। ਕੋ ਕੁਮਕੁਮਾ ਦੇਹ ਛਿੜਕਾਈ। ਤੇ ਕੋਈ ਕੇਸਰ ਦੇ ਚੰਦਨ ਨੂੰ ਘੋਲ ਕੇ ਨਾ ਇਦਾਂ ਛਿੜਕਾ ਦਿੰਦੇ, ਤਾਂ ਕਿ ਵਾਤਾਵਰਨ 'ਚ ਸੁਗੰਧੀ ਆਵੇ, ਖੁਸ਼ਬੂ ਆਵੇ, ਵੀ ਸਾਰਿਆਂ ਨੂੰ ਚੰਗਾ ਲੱਗੇ। ਠੰਡੀ ਠੰਡੀ ਸ਼ਰਦਾਈ ਛਕਾਈ ਹੈ ਤੇ ਕੇਸਰ ਚੰਦਨ ਦਾ ਛਿੜਕਾਓ ਕੀਤਾ ਹੈ। ਕੇਤਕ ਕਰਤ ਬੀਜ ਨਾ ਖਰੇ। ਕਈ ਮਹਾਰਾਜ ਦੀਆਂ ਬਰਾਤਾਂ ਦੇ ਸੇਵਾਦਾਰ ਪੱਖਾ ਚੱਲ ਰਹੇ, ਦੇਵਤੇ ਪੱਖੇ ਚੱਲ ਰਹੇ ਨੇ, ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ। ਹਾਂਜੀ, ਸਭ ਸੇਵਾ ਸੰਭਾਰਨ ਕਰੇ। ਸੇਵਾ ਸੰਭਾਲ ਕਰਦੇ ਹਨ। ਨਰ ਜੇਤਕ ਪਰਿਅੰਕ ਡਸਾਏ। ਸਾਧ ਸੰਗਤ ਜੀ, ਜਿੰਨੇ ਕੁ ਪਲੰਗ ਡਾਏ ਬਰਾਤੀਆਂ ਵਾਸਤੇ, ਸੁੰਦਰ ਆਸਤਰਨ ਸੋ ਛਾਏ। ਉਹਨਾਂ ਦੇ ਉੱਤੇ ਬਿਸਤਰੇ ਵੀ ਬੜੇ ਸੋਹਣੇ, ਨਵੀਆਂ ਤੁਲਾਈਆਂ ਦਰੀਆਂ। ਪੁਰਾਣੇ ਜ਼ਮਾਨੇ 'ਚ ਆਪਣੇ ਖੇਸ ਦਰੀਆਂ ਹੁੰਦੀਆਂ, ਪੰਜਾਬ 'ਚ ਆਮ ਕੱਢਦੇ, ਅਜੇ ਤੱਕ ਵੀ ਕੱਢਦੇ ਹੱਥਾਂ ਨਾਲ। ਲੋਗੜ ਦੀਆਂ ਦਰੀਆਂ, ਰਜਾਈਆਂ, ਕੰਬਲ, ਇਹ ਖੇਸ ਇਦਾਂ ਉਹ ਵਿਛਾ ਕੇ ਤੇ ਬਰਾਤੀਆਂ ਨੂੰ ਬਿਠਾਇਆ ਹੈ। ਰੇਸ਼ਮ ਡੋਰਾ ਬੰਧਨ ਕਰੀ। ਔਰ ਰੇਸ਼ਮ ਦੀਆਂ ਡੋਰਾਂ ਦੇ ਨਾਲ ਚਾਨਣੀ ਲਾਈ ਗਈ ਹੈ। ਲੱਗੇ ਗੁੰਫ ਜਿਨ ਕੈ ਗਨ ਜ਼ਰੀ। ਜਿਨ੍ਹਾਂ ਨੂੰ ਜਰੀਦਾਰ ਗੁੱਛੇ ਲਟਕਦੇ ਹਨ। ਮ੍ਰਿਦਲ ਸੇਜ ਪਰ ਸਭ ਬੈਠਾਏ। ਔਰ ਬੜੇ ਸੋਹਣੇ ਵਿਛਾਣੇ ਵਿਛਾ ਕੇ ਬਿਠਾਇਆ ਸਾਰਿਆਂ ਨੂੰ। ਅਦਭੁਤ ਦਿਖਤ ਰਹੇ ਬਿਸਮਾਏ। ਸਾਰੇ ਹੈਰਾਨ ਸੀਗੇ ਵੀ ਇੰਨੀ ਤਿਆਰੀ ਇੱਕਦਮ ਕਿਵੇਂ ਕਰ ਲਈ ਹੈ। ਜੰਗ 'ਚੋਂ ਮਹਾਰਾਜ ਆਏ ਨੇ, ਜੰਗ ਦੇ ਵਿੱਚ ਇੰਨੇ ਸਿੱਖ ਵੀ ਸ਼ਹੀਦ ਹੋਏ ਨੇ, ਕਈ ਜ਼ਖਮੀ ਹੋਏ ਨੇ। ਸਵੇਰੇ ਜੰਗ ਹੋਇਆ ਤੇ ਸ਼ਾਮ ਨੂੰ ਵਿਆਹ ਕਰਨਾ ਪੈ ਰਿਹਾ, ਤੇ ਤਿਆਰੀ ਇੰਨੀ ਇੱਕਦਮ ਕਿਵੇਂ ਕਰ ਲਈ। ਪਰ ਹੈਰਾਨ ਹੋਣ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਇਹ ਪਰਮੇਸ਼ਰ ਹੈ। ਗੁਰੂ ਪਰਮੇਸ਼ਰ ਇੱਕੋ ਜਾਣ, ਗੁਰੂ ਪਰਮੇਸ਼ਰ ਨੂੰ ਇੱਕ ਰੂਪ ਜਾਣੋ, ਫਿਰ ਪਤਾ ਲੱਗੇਗਾ ਵੀ ਪਰਮੇਸ਼ਰ ਤਾਂ ਛਿਨ ਵਿੱਚ ਹੀ ਸਾਰਾ ਕੁਝ ਕਰ ਸਕਦਾ। ਅੱਖ ਦੇ ਫੋਰ 'ਚ ਕਰ ਸਕਦਾ, ਉਹ ਤਾਂ ਚੁਟਕੀ 'ਚ ਕਰ ਸਕਦਾ, ਸਾਰਾ ਕੁਝ ਹੋ ਗਿਆ। ਕਲਸ ਭਰੇ ਸੁੰਦਰ ਜਲ ਆਨੇ। ਉਹਨਾਂ ਦਿਨਾਂ 'ਚ ਪਾਣੀ ਘੜਿਆਂ 'ਚ ਭਰ ਕੇ ਲਿਆਉਣਾ ਪੈਂਦਾ ਸੀ, ਖੂਹਾਂ ਤੋਂ, ਨਦੀਆਂ ਤੋਂ, ਤਲਾਬਾਂ ਤੋਂ। ਕਹਿੰਦੇ ਪਾਣੀ ਘੜਿਆਂ 'ਚ ਭਰ ਕੇ ਲਿਆਂਦਾ ਗਿਆ। ਇਹ ਤੇ ਅਸੀਂ ਵੀ ਦੇਖਿਆ ਹੈ ਵੀ ਪਿੰਡਾਂ 'ਚ ਵਿਆਹਾਂ ਦੇ ਉੱਤੇ ਝੀਵਰ ਜਿਹੜੇ ਸਨ, ਉਹ ਘੜੇ ਭਰ ਕੇ ਪਾਣੀ ਦੇ ਤੇ ਕੜਵੰਜੀਆਂ 'ਤੇ ਰੱਖ ਦਿੰਦੇ ਸੀ, ਉੱਥੋਂ ਲੋਕਾਂ ਨੂੰ ਪਾਣੀ ਪਿਆਇਆ ਜਾਂਦਾ ਸੀ। ਇਹ ਤਾਂ 20-30 ਸਾਲ ਤੋਂ ਹੀ ਹੁਣ ਬਦਲ ਗਿਆ, ਕੈਂਪਰ ਆ ਗਏ, ਫਿਰ ਹੋਰ ਸਿਸਟਮ ਆ ਗਿਆ। ਪਹਿਲਾਂ ਘੜਿਆਂ 'ਚ ਹੀ ਪਾਣੀ ਆਉਂਦਾ ਸੀ, ਮਿੱਟੀ ਦੇ ਘੜੇ, ਉਹ ਪਾਣੀ ਦੇ ਭਰ ਕੇ ਰੱਖੇ ਹਨ। ਗ੍ਰੀਖਮ ਰੁੱਤ ਪੀਵਨ ਬਹੁ ਠਾਨੇ। ਗਰਮੀ ਹੈ ਨਾ, ਪਾਣੀ ਲੋਕ ਬਹੁਤ ਪੀਂਦੇ, ਪਿਆਸ ਬੜੀ ਲੱਗਦੀ ਹੈ। ਮਿਲੀ ਜਿਨਹੋ ਮਹਿ ਬੜ ਖੁਸ਼ਬੋਈ। ਇਹ ਪਾਣੀ ਦੇ ਵਿੱਚ ਵੀ ਖੁਸ਼ਬੂਦਾਰ ਚੀਜ਼ਾਂ ਪਾਈਆਂ ਹੋਈਆਂ, ਵੀ ਖੁਸ਼ਬੂ ਵਾਲਾ ਜਲ, ਜਿਵੇਂ ਵਿੱਚ ਅੱਜ ਕੱਲ੍ਹ ਰੂਹ ਅਫਜ਼ਾ ਵਗੈਰਾ ਪਾ ਦਿੰਦੇ ਆ। ਉਹਨਾਂ ਦਿਨਾਂ ਵਿੱਚ ਜਿਹੜੀਆਂ ਚੀਜ਼ਾਂ, ਚੰਦਨ ਵਗੈਰਾ ਦਾ ਸ਼ਰਬਤ ਹੁੰਦਾ ਸੀ, ਉਹਨੂੰ ਪਾ ਦਿੰਦੇ ਸੀ। ਉਹਦੇ 'ਚ ਚੰਦਨ ਦੀ ਖੁਸ਼ਬੂ ਆਉਂਦੀ ਸੀ ਤੇ ਮਿੱਠਾ ਵੀ ਹੁੰਦਾ ਸੀ ਸ਼ਰਬਤ, ਉਹ ਪੀਂਦੇ ਸੀ।
ਹਾਂਜੀ। ਅਜਬ ਸਮਿਗਰੀ ਜਾਣਤ ਸੋਈ। ਸਾਰੀਆਂ ਸਮੱਗਰੀਆਂ ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਆ ਗਈਆਂ ਨੇ। ਗੁਰ ਕੇ ਪਠੇ ਗਏ ਨਰ ਜਬਾ। ਜਦੋਂ ਗੁਰੂ ਸਾਹਿਬ ਦੇ ਭੇਜੇ ਹੋਏ ਸਿੱਖ ਗਏ ਨੇ, ਪ੍ਰਥਮ ਸੇਵ ਹੋਈ ਲਖ ਸਭਾ। ਉਹ ਹੈਰਾਨ ਹੋ ਗਏ ਵੀ ਅੱਗੇ ਤਿਆਰੀ ਪਹਿਲਾਂ ਹੀ ਹੋਈ ਪਈ ਹੈ, ਪਹਿਲਾਂ ਹੀ ਸੇਵਾ ਹੋਈ ਪਈ, ਇਹ ਕੌਣ ਕਰ ਗਿਆ? ਗੁਰੂ ਸਾਹਿਬ ਦਾ ਜਾਣਦੇ ਆ ਵੀ ਇਹ ਦੇਵਤੇ ਆਏ ਹੋਏ ਸੇਵਾ ਕਰਨ ਲਈ, ਪਰ ਸਿੱਖਾਂ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ, ਉਹ ਪਛਾਣ ਨਹੀਂ ਸਕਦੇ ਇਹ ਕੌਣ ਹਨ। ਹਾਂਜੀ। ਨੀਕੇ ਬੂਜਨ ਕਰੇ ਬਰਾਤੀ। ਕਹਿੰਦੇ ਬਰਾਤੀਆਂ ਨੂੰ ਸਿੱਖਾਂ ਨੇ ਪੁੱਛਿਆ ਵੀ ਤੁਹਾਨੂੰ ਇੰਨੀ ਸੇਵਾ ਕੌਣ ਕਰ ਗਿਆ? ਉਹ ਕਹਿੰਦੇ ਤੁਹਾਡੇ ਬੰਦੇ ਕਰ ਗਏ, ਸਾਨੂੰ ਤਾਂ ਨਹੀਂ ਪਤਾ। ਹਾਂਜੀ। ਜੋ ਚਾਹੀਤ ਸਭ ਨਿਕਟ ਅਗਾਤੀ। ਸੋ ਜੋ ਚਾਹੀਦਾ ਸਭ ਦੇ ਕੋਲ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਸਗਰੀ ਸੁਧ ਲੈ ਕਰ ਹਟ ਆਏ। ਸਾਰੀ ਖਬਰ ਸਾਰ ਲੈ ਕੇ ਵਾਪਸ ਆ ਗਏ। ਸ੍ਰੀ ਹਰਿ ਗੋਬਿੰਦ ਸੰਗ ਬਤਾਏ। ਮਹਾਰਾਜ ਨੂੰ ਦੱਸਿਆ ਗਨ ਬਰਾਤ ਕੀ ਸੇਵਾ ਸਾਰੀ। ਬਰਾਤ ਦੀ ਸਾਰੀ ਸੇਵਾ ਪੁਰ ਕੇ ਸਿੱਖਨ ਕਰੀ ਸੰਭਾਰੀ। ਮਹਾਰਾਜ ਪਿੰਡ ਦੇ ਲੋਕਾਂ ਨੇ ਹੀ ਕਰ ਦਿੱਤੀ ਹੈ। ਜੋ ਜਿਹ ਚਾਹੀਤ ਸਕਲ ਪੁਚਾਈ। ਜੋ ਚਾਹੀਦਾ ਸੀ ਜਿਸ ਨੂੰ ਮਿਲ ਗਿਆ। ਪਾਏ ਫੁਲੇਲ ਮਸਾਲ ਜਲਾਈ। ਔਰ ਫੁਲੇਲ ਪਾ ਕੇ ਮਸਾਲਾਂ ਬਾਲੀਆਂ ਨੇ। ਤ੍ਰਿਣ ਆਦਿਕ ਦੁਗਨੇ ਸਭ ਪਾਸ। ਸਾਰਿਆਂ ਦੇ ਘੋੜਿਆਂ ਕੋਲ ਮਹਾਰਾਜ ਜੀ ਘਾਹ ਪੱਠਾ ਵੀ ਪਹੁੰਚ ਗਿਆ। ਦੀਨੇ ਸਿੱਖਨ ਆਨ ਆਵਾਸ। ਸਿੱਖਾਂ ਨੇ ਘਰਾਂ ਚੋਂ ਲਿਆ ਲਿਆ ਕੇ ਸੇਵਾ ਕਰ ਦਿੱਤੀ ਹੈ। ਸਤਿਗੁਰ ਕਹਿਓ ਕਹਾਂ ਸਿੱਖ ਇਤਨੇ। ਮਹਾਰਾਜ ਕਹਿੰਦੇ ਇੰਨੇ ਸਿੱਖ ਕਿੱਥੋਂ ਆ ਗਏ? ਸੇਵ ਹੈ ਸਭ ਹੈ ਬਰਾਤੀ ਜਿਤਨੇ। ਇੰਨੀ ਬਰਾਤ ਦੀ ਸੇਵਾ ਕਿਵੇਂ ਹੋ ਗਈ? ਨੀਕੇ ਤੁਮ ਸਭ ਕੀ ਸੁਧ ਲੀਜੈ। ਤੁਸੀਂ ਆਪ ਖਬਰਸਾਰ ਲਓ ਚੰਗੀ ਤਰ੍ਹਾਂ ਭਾਈ। ਚਾਹੇ ਜੋ ਵਸਤ ਪੁਚਾਵਨ ਕੀਜੈ। ਜੋ ਚਾਹੀਦਾ ਪਹੁੰਚਾਓ ਸਿੱਖਾਂ ਨੂੰ। ਪੁਨ ਸਿੱਖਨ ਕਰ ਜੋਰ ਬਖਾਨੇ। ਸਿੱਖਾਂ ਨੇ ਹੱਥ ਜੋੜ ਕੇ ਦੱਸਿਆ। ਮਹਾਰਾਜ ਸਭ ਪੁੱਛਨ ਠਾਨੇ। ਮਹਾਰਾਜ ਸਾਰਿਆਂ ਨੂੰ ਪੁੱਛ ਕੇ ਆਇਆ, ਕਿਸੇ ਨੂੰ ਕੋਈ ਚੀਜ਼ ਚਾਹੀਦੀ ਨਹੀਂ, ਸਭ ਕੋਲ ਪਹਿਲਾਂ ਹੀ ਬਹੁਤ ਕੁਝ ਪਹੁੰਚਿਆ ਹੋਇਆ ਹੈ। ਸਰਬ ਵਸਤੇ ਸਭ ਤ੍ਰਿਪਤਾਏ। ਸਾਰੇ ਰੱਜੇ ਬੱਜੇ ਬੈਠੇ ਨੇ। ਪੁਰ ਕੈ ਨਿਕਟ ਗ੍ਰਾਮ ਸਿੱਖ ਆਏ। ਔਰ ਮਹਾਰਾਜ ਪਿੰਡ ਦੇ ਇਲਾਕੇ ਦੇ ਸਿੱਖਾਂ ਨੇ ਬੜੀ ਸੇਵਾ ਕੀਤੀ ਹੈ ਝਬਾਲਦਿਆਂ ਨੇ। ਪੁਨ ਅੰਤਰ ਜਾਮੀ ਤਬ ਜਾਣੇ। ਤਾਂ ਮਹਾਰਾਜ ਜਾਣ ਗਏ ਵੀ ਅਸਲ 'ਚ ਇਹ ਤਾਂ ਦੇਵਤੇ ਆਏ ਹਨ। ਆਏ ਸੁਰਨ ਸਭ ਕਾਰਜ ਠਾਨੇ। ਆ ਕੇ ਦੇਵਤਿਆਂ ਨੇ ਸਾਰੇ ਕਾਰਜ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦਾ ਘਰ ਜਾਣ ਕੇ। ਉਤ ਤੇ ਹੋਏ ਨਿਚਿੰਤ ਸੁਖਦਾਈ। ਮਹਾਰਾਜ ਹੁਣ ਇਸ ਪਾਸਿਓਂ ਨਿਸ਼ਚਿੰਤ ਹੋ ਗਏ। ਤਿਆਰੀ ਫੇਰਨ ਕੀ ਕਰਵਾਈ। ਤੇ ਸਾਧ ਸੰਗਤ ਜੀ ਫੇਰਿਆਂ ਦੀ ਵਿਆਹ ਦੀ ਤਿਆਰੀ ਬੀਬੀ ਬੀਰੋ ਦੇ ਭਾਈ ਸਾਧੂ ਨਾਲ ਲਾਵਾਂ ਕਿਵੇਂ ਹੋਈਆਂ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।